ਪੈਚ ਵਰਕ ਦੇ ਤੌਰ ਤੇ ਇੱਕ ਲਾਸਟ ਮੂਵਮੈਂਟ ਜਿਹੜਾ ਇੱਕ ਚਿਹਰੇ ਦੇ ਸਿਰਫ ਦੇ ਤੌਰ ਤੇ ਜਿਹੜਾ ਉਹਨੇ ਸੀਐਮ ਬਣਾਇਆ। ਇਸ ਤਰ੍ਹਾਂ ਦੇ ਜਿਹੜੇ ਪੱਤੇ ਆ ਦਾ ਖੇਡੇ ਜਾ ਰਹੇ ਉਹਨਾਂ ਦੀ ਵੋਟ ਬੈਂਕ ਨੂੰ ਲੈ ਕੇ ਉਹਨਾਂ ਦਾ ਕੋਈ ਅਸਰ ਨਹੀਂ ਪੈਣਾ। 2017 ਦੇ ਵਿੱਚ ਕਾਂਗਰਸ ਨੂੰ ਜਿਹੜਾ ਵੋਟ ਇਸ ਕਰਕੇ ਪਾਈ ਸੀ ਵੀ ਸ਼ਾਇਦ ਸਾਡੀ ਡਿਵੈਲਪਮੈਂਟ ਕਰਨਗੇ, ਪਰ 5 ਸਾਲ 'ਚ ਕੁਛ ਨਹੀਂ ਕੀਤਾ। ਸ਼ਡਿਊਲ ਕਾਸਟਾਂ ਦਾ ਕੋਈ ਇੰਟਰਸਟ ਪ੍ਰੋਟੈਕਟ ਕਰਨ ਲਈ ਨਹੀਂ ਹੈਗਾ, ਸਿਰਫ ਕਾਂਗਰਸ ਦੀ ਜਿਹੜੀ ਟੌਪ ਦੀ ਲੀਡਰਸ਼ਿਪ ਆ ਉਹਨੇ ਆਪਣੇ ਪੋਲੀਟੀਕਲ ਇੰਟਰਸਟ ਕਰਨ ਦੇ ਲਈ ਇੱਕ ਪੱਤਾ ਖੇਡਿਆ ਹੈ। ਉਹ ਦੂਜੀ ਪਾਰਟੀਆਂ ਤੇ ਲਾਉਂਦੇ, ਪਰ ਐਕਚੁਅਲ ਜਾਤੀ ਦੀ ਗੇਮ ਇਹ ਖੇਡਦੇ ਆ। ਸ਼ਡਿਊਲ ਕਾਸਟਾਂ ਵਿੱਚ ਅਵੇਕਨਿੰਗ ਆ ਗਈ। ਜੇ ਉਹ ਕਾਂਗਰਸ ਨੂੰ ਸੱਤਾ 'ਚ ਹੁੰਦੇ ਹੋਏ ਛੱਡ ਸਕਦੇ ਆ ਤਾਂ ਇੱਕ ਵਿਅਕਤੀ ਦੇ ਸੀਐਮ ਬਣਨ ਨਾਲ ਉਹਨਾਂ ਨੂੰ ਕੀ ਫਰਕ ਪੈਣਾ। ਪਿਛਲੇ ਲੰਬੇ ਸਮੇਂ ਤੋਂ ਇੱਕ ਮੰਗ ਕੀਤੀ ਜਾ ਰਹੀ ਸੀ ਕਿ ਪੰਜਾਬ ਦਾ ਸੀਐਮ ਦਲਿਤ ਬਣਾਇਆ ਜਾਵੇ। ਅੱਜ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਇਹ ਮੰਗ ਪੂਰੀ ਕਰ ਦਿੱਤੀ ਹੈ। ਬੇਸ਼ੱਕ ਇਸ ਨੂੰ ਸਿਆਸਤ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਕਾਂਗਰਸ ਦਾ ਇਹ ਇੱਕ ਸਿਆਸੀ ਫੈਸਲਾ ਹੈ। ਵਿਰੋਧੀ ਪਾਰਟੀਆਂ ਦੇ ਵੱਲੋਂ ਕਈ ਤਰੀਕੇ ਦੀਆਂ ਪ੍ਰਤੀਕਿਰਿਆ ਵੀ ਆ ਰਹੀਆਂ ਨੇ, ਤਾਂ ਇਸ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਬਹੁਜਨ ਸਮਾਜ ਪਾਰਟੀ ਤੋਂ ਬਲਵਿੰਦਰ ਕੁਮਾਰ ਮੌਜੂਦ ਹੈਗੇ ਨੇ। ਮੇਰੇ ਨਾਲ ਦੁਆਬੇ ਦੇ ਵਿੱਚ ਚੰਗਾ ਰਸੂਖ ਰੱਖਦੇ ਨੇ, ਇਲੈਕਸ਼ਨ ਲੜ ਚੁੱਕੇ ਨੇ, ਤਾਂ ਬਲਵਿੰਦਰ ਕੁਮਾਰ ਮੇਰੇ ਨਾਲ ਮੌਜੂਦ ਹੈਗੇ ਨੇ। ਬਲਵਿੰਦਰ ਜੀ, ਪਹਿਲਾਂ ਤਾਂ ਸਵਾਗਤ ਟੀਵੀ ਪੰਜਾਬ ਤੇ। ਪਹਿਲਾ ਸਵਾਲ ਮੇਰਾ, ਦਲਿਤ ਸੀਐਮ ਬਣਾ ਦਿੱਤਾ ਕਾਂਗਰਸ ਨੇ, ਕਿੱਦਾਂ ਵੇਖਦੇ ਹੋ ਇਸ ਫੈਸਲੇ ਨੂੰ? ਦੇਖੋ, ਇਹਨੂੰ ਅਸੀਂ ਇਹੀ ਦੇਖਦੇ ਹਾਂ ਬਈ ਕਿਉਂਕਿ ਜੇ ਉਹਨਾਂ ਦੀ ਵਾਕਈ ਇੰਟੈਂਸ਼ਨ ਹੁੰਦੀ ਵੀ ਕਿਸੇ ਸ਼ਡਿਊਲ ਕਾਸਟ ਦੇ ਕਮਿਊਨਿਟੀ ਦੇ ਬੰਦੇ ਨੂੰ ਰਿਪਰੈਜ਼ੈਂਟੇਸ਼ਨ ਦੇਣੀ, ਤੇ ਉਹ ਜਦੋਂ ਸਰਕਾਰ ਸੀ ਉਦੋਂ ਹੀ ਕੋਈ ਪਲੈਨਿੰਗ ਕਰਦੇ। ਪਰ ਇਹ ਲਾਸਟ ਜਦੋਂ ਸਰਕਾਰ ਜਾ ਰਹੀ ਆ 2-3 ਮਹੀਨੇ, ਔਰ ਉਹਦੇ ਚਾਂਸ ਹੈ ਵੀ ਨਹੀਂ ਰਿਪੀਟ ਹੋਣ ਦੇ, ਕਿਉਂਕਿ 5 ਸਾਲ ਉਹਨਾਂ ਨੇ ਕੁਛ ਨਹੀਂ ਕੀਤਾ ਔਰ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਟੁੱਟਿਆ ਆ। ਸਾਨੂੰ ਇਹ ਲੱਗਦਾ ਵੀ ਜਿੱਦਾਂ ਅਕਾਲੀ BSP ਦਾ ਗਠਬੰਧਨ ਹੋਇਆ ਔਰ ਜਿੱਦਾਂ ਉਸ ਗਠਬੰਧਨ ਦਾ ਉਭਾਰ ਹੋ ਰਿਹਾ, ਔਰ ਉਸ ਉਭਾਰ ਦੇ ਵਿੱਚ ਜਿੱਦਾਂ ਫਗਵਾੜਾ ਰੈਲੀ ਆ 1 ਲੱਖ ਤੋਂ ਉੱਤੇ ਲੋਕ ਸੀਗੇ ਜ਼ਿਆਦਾ BSP ਦੀ ਰੈਲੀ ਦੇ ਵਿੱਚ, ਜਿਹੜੀ ਇਤਿਹਾਸਕ ਰੈਲੀ ਹੋਈ ਆ। ਅਤੇ ਜਿੱਦਾਂ BSP ਦਾ ਉਭਾਰ ਹੋ ਰਿਹਾ ਔਰ ਕਾਂਗਰਸ ਨੂੰ ਲੱਗਦਾ ਵੀ ਜਿਸ ਸ਼ਡਿਊਲ ਕਾਸਟ ਵੋਟ ਬੈਂਕ ਦੇ ਜਿਹਦੇ ਲਈ ਅਸੀਂ ਕੁਝ ਕੀਤਾ ਵੀ ਨਹੀਂ, ਪਰ ਇਸ ਦੇ ਬਾਵਜੂਦ ਉਸ ਦਾ ਵੋਟ ਲੈ ਕੇ ਅਸੀਂ ਸਰਕਾਰ ਬਣਾਉਂਦੇ ਰਹੇ ਹਾਂ, ਉਹ ਵੋਟ ਖਿਸਕ ਰਹੀ ਆ। ਅਤੇ ਉਸ ਵੋਟ ਨੂੰ ਰੋਕਣ ਦੇ ਲਈ ਇੱਕ ਤਰ੍ਹਾਂ ਜਿੱਦਾਂ ਪੈਚ ਵਰਕ ਕੀਤਾ ਜਾਂਦਾ ਆ, ਪੈਚ ਵਰਕ ਦੇ ਤੌਰ ਤੇ ਇੱਕ ਲਾਸਟ ਮੂਵਮੈਂਟ ਜਿਹੜਾ ਇੱਕ ਚਿਹਰੇ ਦੇ ਸਿਰਫ ਦੇ ਤੌਰ ਤੇ ਜਿਹੜਾ ਉਹਨੇ ਸੀਐਮ ਬਣਾਇਆ ਹੈਗਾ। ਤੁਹਾਨੂੰ ਕੀ ਲੱਗਦਾ ਕਿ ਦਲਿਤ ਸੀਐਮ ਬਣਨ ਦੇ ਨਾਲ ਜਿਹੜਾ ਕਾਡਰ ਇੱਕ ਖੇਡਿਆ ਜਾ ਰਿਹਾ ਸੀਗਾ, ਦਲਿਤ ਪੱਤਾ ਜਿਹੜਾ ਪਾਰਟੀਆਂ ਦੇ ਵੱਲੋਂ ਖੇਡਿਆ ਜਾ ਰਿਹਾ, ਅਕਾਲੀ ਦਲ ਨੇ ਵੀ ਕਿਹਾ ਸੀਗਾ ਕਿ ਅਸੀਂ ਡਿਪਟੀ ਸੀਐਮ ਬਣਾ ਦਾਂਗੇ, ਤੇ ਇਹਦਾ ਕਾਂਗਰਸ ਨੂੰ ਕੋਈ ਫਾਇਦਾ ਹੋਵੇਗਾ? ਆਉਣ ਵਾਲੀਆਂ ਚੋਣਾਂ ਦੇ ਵਿੱਚ ਵੋਟ ਬੈਂਕ ਜੁੜੇਗਾ? ਦੇਖੋ, ਜਿਹੜਾ ਸ਼ਡਿਊਲ ਕਾਸਟ ਕਮਿਊਨਿਟੀ ਆ ਉਹ ਉਸ ਤਰ੍ਹਾਂ ਦੀ ਮਤਲਬ ਜਿਹੜੀ ਉਹਦੇ ਵਿੱਚ ਅਵੇਕਨਿੰਗ ਆ ਰਹੀ ਆ, ਉਹ ਪਹਿਲਾਂ ਜਦੋਂ ਪਹਿਲਾਂ ਨਹੀਂ ਸੀਗੀ। ਪਰ ਮੈਂ ਦੱਸਦਾ ਹਾਂ ਵੀ ਜਦੋਂ ਸਾਹਿਬ ਕਾਂਸ਼ੀ ਰਾਮ ਜੀ ਦਾ ਟਾਈਮ ਸੀ, ਜਦੋਂ BSP ਬਹੁਤ ਉਭਾਰ 'ਤੇ ਸੀ, ਉਦੋਂ ਹੀ ਕਾਂਗਰਸ ਨੇ ਦੁਆਬੇ ਦੇ ਵਿੱਚੋਂ, ਕਿਉਂਕਿ ਦੁਆਬੇ 'ਚ ਬਸਪਾ ਦਾ ਉਭਾਰ ਸੀ, ਉਦੋਂ ਹੀ ਚੌਧਰੀ ਜਗਜੀਤ ਸਿੰਘ KP ਇਸ ਤਰ੍ਹਾਂ ਦੇ ਜਿਹੜੇ ਉਹਨਾਂ ਨੇ ਬੰਦੇ ਉਭਾਰੇ, ਤਾਂ ਕਿ ਜਿਹੜੀ ਜੈਨੂਅਨ ਲੀਡਰਸ਼ਿਪ ਆ ਜਿਹੜੀ ਸ਼ਡਿਊਲ ਕਾਸਟਾਂ ਦੀ ਬਸਪਾ ਦੇ ਰਾਹੀਂ ਆ ਰਹੀ ਆ, ਵੀ ਉਹਨੂੰ ਕਾਊਂਟਰ ਕਰਨ ਦੇ ਲਈ ਕਾਂਗਰਸ ਦੇ ਵਿੱਚ ਇੱਕ ਤਰ੍ਹਾਂ ਮਤਲਬ ਫੇਕ ਨੁਮਾਇੰਦਗੀ ਖੜੀ ਕੀਤੀ ਜਾਵੇ, ਕਿਉਂਕਿ ਉਹਨਾਂ ਕੋਲ ਸਰਕਾਰੀ ਤੰਤਰ ਸੀ ਤਾਂ ਉਹਨਾਂ ਨੇ ਮੀਡੀਆ ਦੇ ਰਾਹੀਂ ਪ੍ਰਚਾਰਿਤ ਕਰ ਦਿੱਤਾ। ਅਤੇ ਇਸ ਕਰਕੇ ਉਹ ਜਿਹੜੀ ਆ ਸ਼ਡਿਊਲ ਕਾਸਟ ਦੀ ਵੋਟ ਕਿਸੇ ਤਰ੍ਹਾਂ ਬੰਨਣ 'ਚ ਕੁਛ ਕਾਮਯਾਬੀ ਹੋਈ ਕੁਛ ਹੱਦ ਤੱਕ। ਪਰ ਹੁਣ ਕਿਉਂਕਿ ਉਹਨਾਂ ਦੇ ਵਿੱਚ ਅਵੇਕਨਿੰਗ ਆ ਰਹੀ ਆ ਔਰ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੀ ਕਾਂਗਰਸ ਆ ਉਹਨਾਂ ਦੀ ਅਸਲ ਨੁਮਾਇੰਦਾ ਪਾਰਟੀ ਨਹੀਂ ਆ, ਔਰ ਨਾ ਹੀ ਉਹਨਾਂ ਦੇ ਪਾਲਿਸੀ ਫਰੇਮਵਰਕ ਸਾਡੇ ਲਈ ਕੋਈ ਜਗ੍ਹਾ ਆ। ਇਸ ਕਰਕੇ ਉਹ ਸਾਨੂੰ ਲੱਗਦਾ ਵੀ ਇਸ ਤਰ੍ਹਾਂ ਦੇ ਜਿਹੜੇ ਪੱਤੇ ਆ ਦਾ ਖੇਡੇ ਜਾ ਰਹੇ ਉਹਨਾਂ ਦੀ ਵੋਟ ਬੈਂਕ ਨੂੰ ਲੈ ਕੇ ਉਹਨਾਂ ਦਾ ਕੋਈ ਅਸਰ ਨਹੀਂ ਪੈਣਾ, ਕਿਉਂਕਿ ਉਹਨਾਂ ਨੂੰ ਪਤਾ ਵੀ ਉਹਨਾਂ ਨੇ 2017 ਦੇ ਵਿੱਚ ਕਾਂਗਰਸ ਨੂੰ ਜਿਹੜਾ ਵੋਟ ਇਸ ਕਰਕੇ ਪਾਈ ਸੀ ਵੀ ਸ਼ਾਇਦ ਸਾਡੀ ਡਿਵੈਲਪਮੈਂਟ ਕਰਨਗੇ, ਪਰ 5 ਸਾਲ 'ਚ ਕੁਛ ਨਹੀਂ ਕੀਤਾ ਅਤੇ ਉਹਨਾਂ ਦਾ ਟਰਸਟ ਟੁੱਟ ਚੁੱਕਾ ਆ। ਅਤੇ ਮੈਨੂੰ ਲੱਗਦਾ ਵੀ ਜਿਹੜਾ ਰਿਕਵਰੀ ਕਰਨ ਦਾ ਚਾਂਸ ਆ ਇਹ ਇਹਨਾਂ ਦਾ ਫੇਲ ਹੋਣਾ ਹੈਗਾ ਕਾਂਗਰਸ। ਅੱਛਾ, ਇੱਕ ਚਰਚਾ ਇਹ ਵੀ ਹੁੰਦੀ ਸੀਗੀ ਕਿ ਜਦੋਂ ਡਿਪਟੀ ਸੀਐਮ ਅਨਾਉਂਸ ਕੀਤਾ ਸੀਗਾ ਤਾਂ ਇੱਕ ਤਬਕਾ ਇਹ ਵੀ ਕਹਿੰਦਾ ਕਿ ਦਲਿਤ ਡਿਪਟੀ ਸੀਐਮ ਕਿਉਂ, 32-33% ਦੀ ਜਿਹੜੀ ਹੈ ਵੋਟ ਬੈਂਕ SC ਭਾਈਚਾਰੇ ਦਾ ਰਹਿੰਦਾ ਹੈ, ਤਾਂ ਉਹਨਾਂ ਨੂੰ ਸੀਐਮ ਕਿਉਂ ਨਹੀਂ ਬਣਾਇਆ ਜਾਂਦਾ? ਤਾਂ ਹੁਣ ਕਾਂਗਰਸ 2022 ਦੇ ਵਿੱਚ ਇਹ ਵੀ ਪ੍ਰਚਾਰ ਕਰੇਗਾ ਕਿ ਇਹ ਤਾਂ ਅਕਾਲੀ ਦਲ ਡਿਪਟੀ ਸੀਐਮ ਬਣਾਉਣ ਦੀ ਗੱਲ ਕਰ ਰਿਹਾ, ਅਸੀਂ ਤਾਂ ਸੀਐਮ ਬਣਾਤਾ, ਤਾਂ ਇਹਦਾ ਮਤਲਬ ਕਿ ਕਾਂਗਰਸ ਜਿਹੜੀ ਹੈ SC ਭਾਈਚਾਰੇ ਬਾਰੇ ਜ਼ਿਆਦਾ ਸੋਚਦੀ ਹੈ। ਦੇਖੋ, ਜਿਹੜੀ ਸ਼ਡਿਊਲ ਕਾਸਟ ਆਬਾਦੀ ਤਾਂ ਪਹਿਲਾਂ ਵੀ ਇੰਨੀ ਸੀ, ਮਤਲਬ ਕਰੀਬ 35-34-35% ਦੇ ਪਹਿਲਾਂ ਸੀ, ਫਿਰ ਪਹਿਲਾਂ ਕਿਉਂ ਨਹੀਂ ਨੁਮਾਇੰਦਗੀ ਕੀਤੀ?
ਇਹਦਾ ਮਤਲਬ ਕੀ ਆ ਵੀ ਜਿਹੜੀ ਕਾਂਗਰਸ ਆ ਅਸਲ ਦੇ ਵਿੱਚ ਕੀ ਆ, ਉਹ ਜਿਹੜੀਆਂ ਸ਼ਡਿਊਲ ਕਾਸਟ ਬੈਕਵਰਡ ਕਿਸਾਨ ਆ ਉਹਨਾਂ ਨੂੰ ਕਿਤੇ ਵੀ ਅਸਲ ਨੁਮਾਇੰਦਗੀ ਦੇਣਾ ਨਹੀਂ ਚਾਹੁੰਦੀ। ਜਿਹੜੀ ਕਾਂਗਰਸ ਦੀ ਦਿੱਲੀ ਦੀ ਲੀਡਰਸ਼ਿਪ ਆ ਉਹ ਪੰਜਾਬ ਜਾਂ ਹੋਰ ਸਟੇਟਾਂ 'ਚ ਆਪਣੇ ਕੰਟਰੋਲ ਦੇ ਹਿਸਾਬ ਨਾਲ ਦੇਖਦੀ ਆ। ਜਿੱਦਾਂ ਉਹਨਾਂ ਨੂੰ ਲੱਗਦਾ ਵੀ ਸਾਡਾ ਕਿਸੇ ਵੀ ਸਟੇਟ 'ਚ ਕੰਟਰੋਲ ਕਰਨ ਦੇ ਲਈ ਕਿਸੇ ਵੀ ਵਰਗ ਦਾ ਵੋਟ ਬੈਂਕ ਦੇਣ, ਉਹ ਜਿਸ ਜਾਤੀ ਦੀ ਉਹਨਾਂ ਨੂੰ ਜਿੱਦਾਂ ਰੈਲੇਵੈਂਸ ਲੱਗਦੀ ਆ ਉੱਦਾਂ ਉਹਦੇ ਉਹ ਚਿਹਰੇ ਫਿੱਟ ਕਰਦੀ ਆ। ਇਸ ਕਰਕੇ ਕਾਂਗਰਸ ਜਿਹੜੀ ਆ, ਦੇਖੋ ਬਾਬਾ ਸਾਹਿਬ ਨੇ ਕਾਂਗਰਸ ਤੇ ਇੰਨਾ ਮੋਟਾ ਇੱਕ ਵੋਲਿਊਮ ਲਿਖਿਆ ਸੀ ਵੀ ਕਾਂਗਰਸ ਤੇ ਗਾਂਧੀ ਨੇ ਦਲਿਤਾਂ ਲਈ ਕੀ ਕੀਤਾ। ਤੇ ਜਿਹੜੀ ਕਾਂਗਰਸ ਆ ਉਹ 2014 ਤੱਕ ਕੇਂਦਰ ਦੇ ਵਿੱਚ ਇੱਕ ਨੁਮਾਇੰਦਾ ਪਾਰਟੀ ਰਹੀ ਆ ਤੇ ਉਹਨਾਂ ਨੇ ਕਦੀ ਵੀ ਜਿਹੜਾ ਸ਼ਡਿਊਲ ਕਾਸਟਾਂ ਲਈ ਕਦੀ ਕੁਝ ਕੀਤਾ ਨਹੀਂ, ਬੈਕਵਰਡ ਕਲਾਸਾਂ ਲਈ ਨਹੀਂ ਕੀਤਾ, ਕਿਸਾਨਾਂ ਲਈ ਕੁਝ ਨਹੀਂ ਕੀਤਾ। ਉਹ ਸਿਰਫ ਇਸ ਤਰ੍ਹਾਂ ਜਾਤੀ ਦੀ ਰਾਜਨੀਤੀ ਖੇਡ ਕੇ ਸਿਰਫ ਵੋਟ ਬੈਂਕ ਲੈਂਦੀ ਆ ਤੇ ਇਸ ਕਰਕੇ ਕਾਂਗਰਸ ਦੀ ਵੀ ਅਸਲ 'ਚ ਮਨਸ਼ਾ ਹੈ ਨਹੀਂ ਕੋਈ ਨੁਮਾਇੰਦਗੀ ਦੇਣ ਦੀ। ਅੱਛਾ, ਚਰਨਜੀਤ ਸਿੰਘ ਚੰਨੀ ਹੋਣਾ ਦਾ ਅਚਾਨਕ ਨਾਮ ਨਿਕਲ ਕੇ ਆਇਆ। ਪਹਿਲਾਂ ਸੁਨੀਲ ਜਾਖੜ ਤੇ ਚਰਚਾ ਹੁੰਦੀ ਰਹੀ, ਉਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਤੇ ਚਰਚਾ ਹੁੰਦੀ ਰਹੀ। ਤੁਸੀਂ ਇਹ ਸਾਰੇ ਸਿਨੈਰੀਓ ਨੂੰ ਕਿੱਦਾਂ ਦੇਖਦੇ ਹੋ ਕਿ ਕਾਂਗਰਸ ਦੇ ਵਿੱਚ ਇਹ ਸਿਨੈਰੀਓ ਕਿਸ ਤਰੀਕੇ ਦੇ ਨਾਲ ਬਣਿਆ ਤੇ ਕਿਹੜੇ ਆਧਾਰ ਦੇ ਉੱਪਰ ਚਰਨਜੀਤ ਸਿੰਘ ਚੰਨੀ ਹੋਣਾ ਦਾ ਜਿਹੜਾ ਨਾਮ ਸਾਹਮਣੇ ਆਇਆ? ਜਿੱਥੇ ਇੱਕ ਸਿਆਸਤ ਦੇ ਤੌਰ ਤੇ ਤੁਸੀਂ ਇਹ ਨਜ਼ਰੀਆ ਨੂੰ ਦੇਖਦੇ ਤਾਂ ਇੱਕ ਪੱਤਰਕਾਰ ਵੀ ਰਹੇ ਹੋ, ਤੁਸੀਂ ਇਹ ਵੀ ਐਨਾਲਿਸਿਸ ਕੀਤਾ ਹੋਏਗਾ ਕਿ ਕਿਸ ਬਿਹਾਵ ਦੇ ਉੱਪਰ ਜਿਹੜਾ ਉਹ ਚਰਨਜੀਤ ਸਿੰਘ ਚੰਨੀ ਹੋਣਾ ਦਾ ਨਾਮ ਕਿਸ ਕਾਰਨ ਜਿਹੜਾ ਕਾਂਗਰਸ ਦੇ ਵੱਲੋਂ ਲਾਸਟ ਦੇ ਵਿੱਚ ਲਿਆਂਦਾ ਗਿਆ। ਦੇਖੋ ਤੁਸੀਂ ਯੂਪੀ 'ਚ ਦੇਖੋ ਵੀ ਯੂਪੀ ਦੇ ਵਿੱਚ ਕਾਂਗਰਸ ਮੇਨ ਪਾਰਟੀ ਹੁੰਦੀ ਸੀ, ਉੱਥੋਂ ਉਹਨਾਂ ਦੇ ਸੀਐਮ ਨਿਕਲਦੇ ਹੁੰਦੇ ਸੀ ਔਰ ਜਦੋਂ ਉੱਥੇ ਉਹਨਾਂ ਦੇ ਸੀਐਮ ਨਿਕਲਦੇ ਸੀ ਤਾਂ ਉਹਨਾਂ ਦੇ ਪ੍ਰਧਾਨ ਮੰਤਰੀ ਬਣਦਾ ਹੁੰਦਾ ਸੀ। ਜਦੋਂ ਉਹਨਾਂ ਦੇ ਵਿੱਚ ਉਹਨਾਂ ਦੇ ਬਹੁਜਨ ਅੰਦੋਲਨ ਨੂੰ ਲੈ ਕੇ ਉਹਨਾਂ 'ਚ ਅਵੇਕਨਿੰਗ ਆਈ ਸ਼ਡਿਊਲ ਕਾਸਟਾਂ ਦੀ ਤੇ ਉਹ ਕਾਂਗਰਸ ਤੋਂ ਸਾਰਾ ਬੇਸ ਟੁੱਟ ਗਿਆ ਔਰ ਕਾਂਗਰਸ ਯੂਪੀ ਦੇ ਵਿੱਚ ਇੱਕ ਮਾਰਜਲਾਈਜ਼ ਜਿਹੜੀ ਆ ਧਿਰ ਬਣ ਗਈ। ਬਿਹਾਰ ਵਿੱਚ ਵੀ ਇਦਾਂ ਹੀ ਹੋਇਆ। ਜਿੱਦਾਂ ਸ਼ਡਿਊਲ ਕਾਸਟ ਬੈਕਵਰਡ ਦੀਆਂ ਆਪਣੀਆਂ ਪਾਰਟੀਆਂ ਖੜੀ ਹੋਈਆਂ ਔਰ ਉਹਨਾਂ ਦੀਆਂ ਜਦੋਂ ਉਹਨਾਂ ਦਾ ਜਿਹੜਾ ਬੇਸ ਸੀ ਉਹਨਾਂ ਨੂੰ ਸਮਝ ਆਇਆ ਕਾਂਗਰਸ ਦਾ ਏਜੰਡਾ ਵੀ ਸਾਨੂੰ ਕੁਝ ਦੇਣ ਲਈ ਨਹੀਂ ਬਣੀ, ਸਾਨੂੰ ਤਾਂ ਯੂਜ਼ ਕਰਨ ਲਈ ਬਣੀ ਆ ਐਜ਼ ਏ ਵੋਟਰ ਤੇ ਪਾਵਰ ਤਾਂ ਸਿਰਫ ਇਹਨਾਂ ਦੀ ਜਿਹੜੀ ਇੱਕ ਲੌਬੀ ਹੈਗੀ ਆ ਜਿਹੜੀ ਕਾਂਗਰਸ ਰਨ ਕਰਦੀ ਉਹਨਾਂ ਕੋਲੇ ਰਹਿੰਦੀ ਆ ਤੇ ਉਹ ਆਪਣੇ ਲਈ ਹੀ ਪਾਲਿਸੀ ਬਣਾਉਂਦੇ ਆ। ਤੇ ਇਸ ਕਰਕੇ ਕਾਂਗਰਸ ਨੂੰ ਇਹ ਲੱਗਦਾ ਵੀ ਜਦ ਤੱਕ ਤਾਂ ਉਹਨੂੰ ਥ੍ਰੈਟ ਨਹੀਂ ਸੀ, ਜਦੋਂ ਅਲਾਇੰਸ ਦੇ ਤੌਰ ਤੇ ਬਸਪਾ ਨਹੀਂ ਬਾਹਰ ਹੋਇਆ ਸੀ ਤਦ ਤੱਕ ਉਹਨਾਂ ਨੇ ਇਹਨਾਂ ਨੂੰ ਸਪੇਸ ਨਹੀਂ ਦਿੱਤੀ, ਇਹਨਾਂ ਨੂੰ ਰੈਲੇਵੈਂਸ ਨਹੀਂ ਦਿੱਤੀ। ਤੇ ਜਿੱਦਾਂ ਉਹਨੂੰ ਲੱਗਦਾ ਵੀ ਜਿਸ ਤਰ੍ਹਾਂ ਯੂਪੀ ਦੇ ਵਿੱਚ ਬਸਪਾ ਵੋਟ ਬੈਂਕ ਲੈ ਗਈ ਔਰ ਅਸੀਂ ਖਤਮ ਹੋ ਗਏ ਤੇ ਉੱਦਾਂ ਹੁਣ ਇਹਨਾਂ ਨੂੰ ਲੱਗਦਾ ਵੀ ਸ਼ਡਿਊਲ ਕਾਸਟ ਕਿਉਂਕਿ ਇੱਕ ਬਹੁਤ ਵੱਡਾ ਬੇਸ ਆ ਔਰ ਦੁਆਬੇ ਵਿੱਚ ਤਾਂ ਉਹ ਇੱਕ ਤਰਫਾ ਜਾ ਰਿਹਾ ਅਲਾਇੰਸ ਵੱਲ ਵੀ ਜੇ ਸਾਰਾ ਖਿਸ ਗਿਆ ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਇਦਾਂ ਹਾਸ਼ਕੀ ਤੇ ਜਾਣੀ ਵੀ ਇਹ ਦੁਬਾਰਾ ਇਹਦਾ ਰਿਵਾਈਵਲ ਨਹੀਂ ਹੋਣਾ। ਤੇ ਇਸ ਕਰਕੇ ਇਹ ਸ਼ਡਿਊਲ ਕਾਸਟਾਂ ਦਾ ਕੋਈ ਇੰਟਰਸਟ ਪ੍ਰੋਟੈਕਟ ਕਰਨ ਲਈ ਨਹੀਂ ਹੈਗਾ। ਸਿਰਫ ਕਾਂਗਰਸ ਦੀ ਜਿਹੜੀ ਟੌਪ ਦੀ ਲੀਡਰਸ਼ਿਪ ਆ ਉਹਨੇ ਆਪਣੇ ਪੋਲੀਟੀਕਲ ਇੰਟਰਸਟ ਕਰਨ ਦੇ ਲਈ ਇੱਕ ਪੱਤਾ ਖੇਡਿਆ ਹੈ, ਹੋਰ ਇਹਦਾ ਕੋਈ ਇਸ਼ੂ ਨਹੀਂ ਹੈਗਾ। ਅੱਛਾ, ਹਰੀਸ਼ ਰਾਵਤ ਹੁਣਾਂ ਨੇ ਇੱਕ ਟਵੀਟ ਵੀ ਕਰ ਦਿੱਤਾ। ਉਹ ਕਹਿੰਦੇ ਨੇ ਕਿ 2022 ਦੀਆਂ ਜਿਹੜੀਆਂ ਚੋਣਾਂ ਨੇ ਉਹ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਹੀ ਹੋਣਗੀਆਂ। ਤਾਂ ਉਧਰ ਜਾਖੜ ਕਹਿੰਦੇ ਨੇ ਕਿ ਅਜਿਹੇ ਸਮੇਂ ਦੇ ਵਿੱਚ ਜਿਹੜਾ ਇਹੋ ਜਿਹਾ ਬਿਆਨ ਦੇਣਾ ਚੰਗਾ ਨਹੀਂ। ਤਾਂ ਹੁਣ ਬੀਜੇਪੀ ਕਹਿੰਦੀ ਹੈ ਕਿ ਇਹ ਸਿਰਫ ਇੱਕ ਦਲਿਤਾਂ ਦਾ ਜਿਹੜਾ ਸਸ਼ਕਤੀਕਰਨ ਕਰਨ ਦੀ ਕੋਸ਼ਿਸ਼ ਕਾਂਗਰਸ ਦੇ ਵੱਲੋਂ ਕੀਤੀ ਗਈ ਹੈ। ਚਰਨਜੀਤ ਸਿੰਘ ਚੰਨੀ ਨੂੰ ਸੀਐਮ ਬਣਾ ਕੇ ਸਿੱਧੂ ਦੀ ਕੁਰਸੀ ਬਚਾਈ ਜਾ ਰਹੀ ਹੈ। ਦੇਖੋ ਜੇ ਸ਼ਡਿਊਲ ਕਾਸਟਾਂ ਦਾ ਸਸ਼ਕਤੀਕਰਨ ਇਦਾਂ ਨਹੀਂ ਹੋਣਾ ਵੀ ਸ਼ਡਿਊਲ ਕਾਸਟਾਂ ਦਾ ਜਿਹੜਾ ਇੱਕ ਬੰਦਾ ਆ ਉਹਨੂੰ ਟੌਪ ਪੋਜੀਸ਼ਨ ਦੇ ਦਿੱਤੀ ਜਾਵੇ। ਸ਼ਡਿਊਲ ਕਾਸਟਾਂ ਦੀ ਜਿਹੜੀ ਇੰਪਾਵਰਮੈਂਟ ਹੈ ਉਹਦਾ ਤਾਂ ਹੀ ਹੋਣੀ ਜੇ ਕੋਈ ਐਜੂਕੇਸ਼ਨ, ਉਹਨਾਂ ਦੀ ਇੰਪਲੋਇਮੈਂਟ 'ਤੇ ਵਰਕ ਕੀਤਾ ਜਾਵੇ, ਉਹਨਾਂ ਨੂੰ ਪ੍ਰਸ਼ਾਸਨ 'ਚ ਸਹੀ ਜਿਹੜਾ ਜਸਟਿਸ ਦਿੱਤਾ ਜਾਵੇ। ਔਰ 5 ਸਾਲਾਂ ਦੇ ਵਿੱਚ ਤੁਸੀਂ ਦੇਖੋ ਸਕੂਲ ਕਾਲਜਾਂ ਦੀ ਕੀ ਸਥਿਤੀ ਰਹੀ ਆ, ਜਿਹੜੇ ਉਹਨਾਂ ਦੇ ਬੱਚੇ ਹੈਗੇ ਆ ਉਹਨਾਂ ਨੂੰ ਵੀ ਡਿਗਰੀਆਂ ਨਹੀਂ ਮਿਲੀਆਂ ਮਤਲਬ ਕਲਾਸਿਸ ਦੇ। ਔਰ ਉਹਨਾਂ ਦਾ ਕਾਂਗਰਸ ਸਰਕਾਰ ਦੇ ਵਿੱਚ ਜਦੋਂ ਚੰਨੀ ਹੁਣੀ ਕੈਬਨਿਟ ਮਿਨਿਸਟਰ ਸੀ ਇੱਕ ਤਰ੍ਹਾਂ ਪਾਲਿਸੀ ਮੇਕਰ ਇਹੀ ਸੀਗੇ, ਪਰ ਇਹਨਾਂ ਦੇ ਪਾਲਿਸੀ ਮੇਕਰ ਹੁੰਦਿਆਂ ਹੋਇਆ ਹੀ ਜਿਹੜੇ ਸ਼ਡਿਊਲ ਕਾਸਟ ਨੂੰ ਜਸਟਿਸ ਨਹੀਂ ਮਿਲਿਆ। ਤੇ ਇਸ ਕਰਕੇ ਜਿਹੜਾ ਕਾਂਗਰਸ ਆ ਪਹਿਲੀ ਗੱਲ ਤੇ ਇਹ ਆ ਵੀ ਉਹਨਾਂ ਦਾ ਸ਼ਡਿਊਲ ਕਾਸਟ ਬੈਕਵਰਡ ਜਾਂ ਕਿਸਾਨਾਂ ਦੀ ਇੰਪਾਵਰਮੈਂਟ ਦਾ ਮਸਲਾ ਨਹੀਂ। ਦੂਜਾ ਇਹ ਵੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਹ ਜਾਤੀਆਂ ਦੀ ਗੇਮ ਖੇਡਦੇ ਆ, ਮਤਲਬ ਦੋਸ਼ ਉਹ ਦੂਜੀ ਪਾਰਟੀਆਂ ਤੇ ਲਾਉਂਦੇ ਪਰ ਐਕਚੁਅਲ ਜਾਤੀ ਦੀ ਗੇਮ ਇਹ ਖੇਡਦੇ ਆ। ਜਦੋਂ ਇਹਨਾਂ ਲੱਗਾ ਵੀ ਅਸੀਂ ਸ਼ਡਿਊਲ ਕਾਸਟ ਦਾ ਪੱਤਾ ਖੇਡਿਆ ਤੇ ਅਦਰ ਸੈਕਸ਼ਨ ਨਾਰਾਜ਼ ਨਾ ਹੋ ਜਾਵੇ ਤੇ ਨਾਲ ਹੀ ਕਵਰ ਉਹਨੂੰ ਕਰਨ ਦੇ ਲਈ ਦੂਜਾ ਬਿਆਨ ਦੇ ਦਿੱਤਾ। ਤੇ ਇਸ ਕਰਕੇ ਐਕਚੁਅਲ ਜਿਹੜੀ ਮਾਸਸ ਆ ਉਹਨਾਂ ਦੀ ਡਿਵੈਲਪਮੈਂਟ ਦਾ ਕੋਈ ਨਜ਼ਰੀਆ ਨਹੀਂ ਆ। ਸਿਰਫ ਲੈ ਦੇ ਕੇ ਚਿਹਰੇ ਕੋਈ ਤਰ੍ਹਾਂ ਦੇ ਫਿੱਟ ਕਰਕੇ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਭੰਬਲ ਭੁੱਸੇ 'ਚ ਪਾ ਕੇ ਆਪਣੀ ਜਿਹੜੀ ਆ ਪੋਲੀਟੀਕਲ ਜਿਹੜੀ ਗੇਮ ਬਣਾਏ ਰੱਖਣ ਦਾ ਮੇਨ ਮਸਲਾ। ਜਾਤੀ ਦੀ ਗੇਮ ਜਿਹੜੀ ਹੈ ਇਹ ਜਾਤੀ ਦੀ ਗੇਮ ਜਾਤੀ ਦੇ ਲੀਡਰ ਹੀ ਖੇਡਦੇ ਨੇ ਫਿਰ ਇਹਦਾ ਮਤਲਬ, ਕਿਉਂਕਿ ਹੁਣ ਚਰਨਜੀਤ ਸਿੰਘ ਚੰਨੀ ਵੀ ਜਿਹੜੇ ਨੇ ਉਹ ਦਲਿਤ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ। ਜੇਕਰ ਇਹ ਲੱਗਦਾ ਕਿ ਇੱਕ ਗੇਮ ਖੇਡੀ ਗਈ ਹੈ ਤੇ ਇਹਦੇ ਵਿੱਚ ਫਿਰ ਦਲਿਤ ਭਾਈਚਾਰੇ ਦੇ ਨੇਤਾ ਚਰਨਜੀਤ ਚੰਨੀ ਵੀ ਇਨਵੋਲਵ ਨੇ। ਫਿਰ ਦੇਖੋ ਜਿਹੜੇ ਕਾਂਗਰਸ 'ਚ ਬੰਦੇ ਆ ਉਹ ਸ਼ਡਿਊਲ ਕਾਸਟਾਂ ਦੇ ਐਕਚੁਅਲ ਨੁਮਾਇੰਦਗੇ ਨਹੀਂ ਰਹੇ, ਨਾ ਹੀ ਉਹ ਉਹਨਾਂ ਦੀ ਕਿਤੇ ਐਜੀਟੇਸ਼ਨਲ ਮੂਵਮੈਂਟ 'ਚ ਉੱਭਰੇ ਆ, ਮਤਲਬ ਉਹਨਾਂ ਦੇ ਮਾਸ ਲੀਡਰ ਨਹੀਂ ਹੈਗੇ। ਉਹ ਸ਼ਡਿਊਲ ਕਾਸਟ ਦੇ ਲੋਕ ਤਾਂ ਉਹਨਾਂ ਨੂੰ ਆਪਣਾ ਲੀਡਰ ਸਮਝਦੇ ਨਾ, ਉਹਨਾਂ ਨੂੰ ਤੇ ਇਉਂ ਲੱਗਦਾ ਨਾ ਕਿ ਸਾਡੇ ਭਾਈਚਾਰੇ ਦਾ ਇਹ ਲੀਡਰ ਹੈਗਾ।
ਦੇਖੋ ਜਿਨ੍ਹਾਂ ਦੇ ਵਿੱਚ ਅਵੇਕਨਿੰਗ ਆ ਰਹੀ ਆ, ਜਿਹੜੇ ਕਾਂਗਰਸ ਦੇ ਸਟਰਕਚਰ ਨੂੰ ਸਮਝ ਰਹੇ ਆ, ਕਾਂਗਰਸ ਦੇ ਪਾਲਿਸੀ ਫਰੇਮਵਰਕ ਨੂੰ ਸਮਝ ਰਹੇ ਆ, ਜਿਹੜੀ ਬਾਬਾ ਸਾਹਿਬ ਦੀਆਂ ਲਿਖਤਾਂ ਕਾਂਗਰਸ ਦੇ ਖਿਲਾਫ, ਗਾਂਧੀ ਦੇ ਖਿਲਾਫ ਪੜ੍ਹ ਰਹੇ ਆ, ਉਹ ਨਹੀਂ ਸਮਝਦੇ। ਉਹ ਤਾਂ ਆਪਣੀ ਬਹੁਜਨ ਸਮਾਜ ਪਾਰਟੀ ਰਾਹੀਂ ਆਪਣੀ ਜਿਹੜੀ ਮੂਵਮੈਂਟ ਔਰ ਆਪਣੀ ਲੀਡਰਸ਼ਿਪ ਡਿਵੈਲਪ ਕਰ ਰਹੇ ਆ। ਜਿਨ੍ਹਾਂ ਦੇ ਵਿੱਚ ਅਜੇ ਤੱਕ ਉਸ ਤਰ੍ਹਾਂ ਦੀ ਅਵੇਕਨਿੰਗ ਨਹੀਂ ਗਈ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਕਾਂਗਰਸ ਦਾ ਪ੍ਰੋਪੇਗੈਂਡਾ ਆ, ਕਿਤੇ ਨਾ ਕਿਤੇ ਉਹ ਕੁਝ ਸੈਕਸ਼ਨ ਤੱਕ ਪ੍ਰਭਾਵਿਤ ਕਰਦਾ। ਪਰ ਜਿੱਦਾਂ ਜਿੱਦਾਂ ਸਾਰੇ ਪੂਰੇ ਪੰਜਾਬ ਦੇ ਵਿੱਚ ਅਲਾਇੰਸ ਤੋਂ ਬਾਅਦ ਜਾ ਰਹੀ ਆ, ਤੇ ਹੌਲੀ ਹੌਲੀ ਜਿਹੜਾ ਇਹਨਾਂ ਦਾ ਬੇਸ ਉਹ ਵੀ ਜਾਂਦਾ ਲੱਗਣਾ। ਇਸੇ ਕਰਕੇ ਉਹਨਾਂ ਨੂੰ ਲਾਸਟ ਸਟੇਜ ਤੇ ਇਸ ਤਰ੍ਹਾਂ ਦਾ ਜਿਹੜਾ ਅੰਡਰ ਕੰਪਲਸ਼ਨ, ਜਿਹੜਾ ਜੇ ਚੰਨੀ ਨੂੰ ਸੀਐਮ ਬਣਾਉਣਾ ਪਿਆ, ਤਾਂ ਇਹ ਆਪਣੇ ਆਪ 'ਚ ਇਹ ਸਿਗਨਲ ਆ ਅੰਦਰ ਖਾਤੇ, ਮਤਲਬ ਬਾਹਰੀ ਤੌਰ ਤੇ ਤਾਂ ਇਹ ਪ੍ਰੋਜੈਕਸ਼ਨ ਆ ਵੀ ਐਸੀ ਨੂੰ ਸੀਐਮ ਬਣਾਇਆ ਜਾ ਰਿਹਾ, ਪਰ ਇੰਟਰਨਲ ਇਹ ਆ ਵੀ ਕੰਪਲਸ਼ਨ ਕੀ ਬਣੀ ਸਿਰਫ 3 ਮਹੀਨੇ ਬਣਾਉਣ ਦੇ ਲਈ। ਵੀ ਜੇ ਤੁਹਾਡੇ ਪਾਲਿਸੀ ਫਰੇਮਵਰਕ 'ਚ ਪਹਿਲਾਂ ਇਹ ਪ੍ਰੋਵੀਜ਼ਨ ਹੁੰਦੀ ਤਾਂ ਤੁਸੀਂ 2 ਸਾਲ 2.5 ਸਾਲ ਪਹਿਲਾਂ ਜਦੋਂ ਉਹਦੇ ਕੋਲ ਕੁਝ ਕੰਮ ਕਰਨ ਦਾ ਸਮਾਂ ਵੀ ਹੁੰਦਾ ਉਦੋਂ ਬਣਾਉਂਦੇ, ਪਰ ਤੁਸੀਂ ਲਾਸਟ 'ਚ ਬਣਾਇਆ ਉਹ ਇਸੇ, ਔਰ ਖਾਸ ਕਰ ਗੱਠਜੋੜ ਤੋਂ ਬਾਅਦ ਬਣਾਇਆ। ਉਹ ਗੱਠਜੋੜ ਦੀਆਂ ਸਥਿਤੀਆਂ ਜਿੱਦਾਂ ਡਿਵੈਲਪ ਹੋਈਆਂ ਉਹਦੇ ਮੱਦੇ ਨਜ਼ਰ ਜਿਹੜਾ ਇਹ ਗੱਲ ਹੁਣ ਬਲਵਿੰਦਰ ਜੀ, ਇੱਕ ਗੱਲ 2022 ਦੇ ਵਿੱਚ ਇਹ ਵੀ ਦੇਖਣ ਨੂੰ ਮਿਲੇਗੀ, ਜਦੋਂ ਅਕਾਲੀ ਦਲ ਦੇ ਵੱਲੋਂ ਜਿਹੜਾ ਡਿਪਟੀ ਸੀਐਮ ਅਨਾਉਂਸ ਕਰਨ ਦੀ ਗੱਲ ਕੀਤੀ ਗਈ ਹੈ, ਤਾਂ ਕਾਂਗਰਸੀ ਲੀਡਰ ਇਹ ਵੀ ਕਹਿਣਗੇ 2022 ਦੇ ਵਿੱਚ ਕਿ ਠੀਕ ਹੈ ਅਸੀਂ 3 ਮਹੀਨੇ ਲਈ ਬਣਾਇਆ, ਹੁਣ ਤੁਸੀਂ 5 ਸਾਲ ਲਈ ਬਣਾ ਲਓ। ਫਿਰ ਦੇਖੋ ਮਸਲਾ ਇਹ ਨਹੀਂ ਵੀ ਕਿਸ ਵਿਅਕਤੀ ਨੂੰ, ਕਿਸ ਕਾਸਟ ਨੂੰ ਨੁਮਾਇੰਦਗੀ ਮਿਲਦੀ। ਮਸਲਾ ਤਾਂ ਇਹ ਆ ਵੀ ਜਿਹੜਾ ਅਲਾਇੰਸ ਆ, ਮਤਲਬ ਕਾਂਗਰਸ ਤੇ ਚਾਹੇ ਉਹ ਮਤਲਬ ਜਿਹੜੀ ਮਰਜ਼ੀ ਕਾਸਟ ਨੂੰ ਸੀਐਮ ਬਣਾਵੇ, ਪਰ ਮਸਲਾ ਇਹ ਆ ਵੀ ਉਹਦੇ ਕੋਲ ਇਕੱਲੇ ਕੋ ਤਾਂ ਇੰਡੀਪੈਂਡੈਂਟ ਡਿਸੀਜਨ ਲੈਣ ਦੀ ਪਾਵਰ ਤਾਂ ਹੁੰਦੀ ਨਹੀਂ। ਉਹਨੇ ਤਾਂ ਜੋ ਕਾਂਗਰਸ ਦਾ ਜੋ ਡਾਇਰੈਕਸ਼ਨ ਆਉਣੀ ਆ ਦਿੱਲੀ ਤੋਂ, ਉਹਦੇ ਮੁਤਾਬਕ ਪੰਜਾਬ 'ਚ ਕੰਮ ਕਰਨਾ। ਤੇ ਉਹਨਾਂ ਦੀਆਂ ਜਿਹੜੀਆਂ ਗਵਰਨੈਂਸ ਰਹੀ ਆ 2014 ਤੱਕ, ਉਹਨਾਂ ਦੀ ਪਾਲਿਸੀ ਫਰੇਮਵਰਕ ਕੋਈ ਕੰਮ ਹੀ ਨਹੀਂ ਸੀਗਾ ਲੋਕਾਂ ਦੇ ਲਈ। ਤੇ ਇਸ ਕਰਕੇ ਚਾਹੇ ਸੀਐਮ ਜਿਹੜਾ ਮਰਜ਼ੀ ਬਣ ਜਾਵੇ, ਉਹਨੇ ਕੋਈ ਆਮ ਲੋਕਾਂ ਦੀ ਡਿਵੈਲਪਮੈਂਟ ਦੇ ਲਈ, ਰਿਫਾਰਮ ਲਈ ਕੰਮ ਨਹੀਂ ਕਰਨਾ ਕਾਂਗਰਸ ਦੇ ਵਿੱਚ। ਦੂਜਾ ਇਹ ਵੀ ਜਿਹੜਾ ਬਾਕੀ ਗਠਬੰਧਨ ਦਾ ਆ, ਉਹ ਚਾਹੇ ਸੀਐਮ ਡਿਪਟੀ ਸੀਐਮ ਜੋ ਮਰਜ਼ੀ ਬਣੇ, ਉਹਦਾ ਮੇਨ ਇਹ ਆ ਵੀ ਸਾਰੇ ਵਰਗਾਂ ਨੂੰ ਨੁਮਾਇੰਦਗੀ ਵੀ ਦੇਣੀ ਆ ਤੇ ਐਕਚੁਅਲ ਰਿਫਾਰਮ ਵੀ ਕਰਨੇ ਹੈਗੇ। ਕਿਉਂਕਿ ਚਰਨਜੀਤ ਚੰਨੀ ਹੁਣ ਮੁੱਖ ਮੰਤਰੀ ਬਣ ਕੇ ਇੱਕ ਦਲਿਤ ਭਾਈਚਾਰੇ ਨੂੰ ਆਸ ਵੀ ਵੱਜੀ ਹੈ, ਤੁਹਾਨੂੰ ਲੱਗਦਾ ਕਿ ਫਿਰ ਕੋਈ ਕੰਮ ਨਹੀਂ ਕਰਨਗੇ ਉਹ ਦਲਿਤ ਭਾਈਚਾਰੇ ਦੇ ਲਈ? ਦੇਖੋ ਮੈਂ ਇਹ ਕਹਿ ਰਿਹਾ ਵੀ ਉਹ ਮਤਲਬ ਇੰਡੀਪੈਂਡੈਂਟ ਸੀਐਮ ਨਹੀਂ ਆ, ਉਹ ਇੱਕ ਸਟਰਕਚਰ ਦੇ ਵਿੱਚ ਸੀਐਮ ਬਣਿਆ, ਇੱਕ ਵਿਅਕਤੀ ਸੀਐਮ ਬਣਿਆ। ਵੀ ਸਟਰਕਚਰ ਕਿਹੜਾ ਕਾਂਗਰਸ ਦਾ, ਤੇ ਜਿਹੜਾ ਪਾਲਿਸੀ ਉਹ ਆਪਣੇ, ਹੁਣ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਆ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜਾ ਪਾਰਟੀ ਸੁਪਰੀਮ ਆ, ਮਤਲਬ ਸੀਐਮ ਨਹੀਂ ਸੁਪਰੀਮ, ਮਤਲਬ ਪਾਰਟੀ ਸੁਪਰੀਮ ਆ, ਤੇ ਮੈਂ ਪਾਰਟੀ ਦੀ ਪਾਲਿਸੀ ਫਰੇਮਵਰਕ ਲਾਗੂ ਕਰਨ ਲਈ ਕੰਮ ਕਰੂੰਗਾ। ਤੇ ਉਹ ਇੱਕ ਕਾਂਗਰਸ ਦੇ ਸਟਰਕਚਰ 'ਚ ਇੱਕ ਵਿਅਕਤੀ ਆ ਜਿਹਨੂੰ ਸੀਐਮ ਦਾ ਅਹੁਦਾ ਦਿੱਤਾ ਗਿਆ, ਤੇ ਉਹ ਸਟਰਕਚਰ ਤਾਂ 2014 ਤੱਕ ਕੇਂਦਰ ਦੀ ਸੱਤਾ 'ਚ ਰਿਹਾ ਹੀ ਆ। ਤੇ ਉਹਨੇ 2014 ਤੱਕ ਸ਼ਡਿਊਲ ਕਾਸਟਾਂ ਲਈ ਕੀ ਕੀਤਾ? ਕੁਛ ਵੀ ਨਹੀਂ ਕੀਤਾ। ਅੱਜ ਵੀ 70 ਸਾਲਾਂ ਬਾਅਦ ਵੀ ਜਿਹੜੇ ਸ਼ਡਿਊਲ ਕਾਸਟ ਕਲਾਸਿਸ ਆ, ਬੈਕਵਰਡ ਕਲਾਸਿਸ ਆ, ਉਹ ਪਾਣੀ ਲਈ ਸੰਘਰਸ਼ ਕਰ ਰਹੇ ਆ, ਉਹ ਬਿਜਲੀ ਲਈ ਸੰਘਰਸ਼ ਕਰ ਰਹੇ ਆ, ਉਹ ਗਲੀਆਂ ਨਾਲੀਆਂ ਲਈ ਸੰਘਰਸ਼ ਕਰ ਰਹੇ ਆ, ਉਹ ਫਲਸ਼ ਲਈ ਸੰਘਰਸ਼ ਕਰ ਰਹੇ ਆ, ਉਹਨਾਂ ਦੇ ਬੱਚਿਆਂ ਨੂੰ ਇੰਪਲੋਇਮੈਂਟ ਨਹੀਂ ਮਿਲ ਰਹੀ। ਤਾਂ ਸਾਰਾ ਸਟਰਕਚਰ, ਇਹ ਸਟਰਕਚਰ ਦਾ ਪਾਵਰ 'ਚ ਸੀਗਾ ਹੀ, ਸੀਐਮ ਹੁਣ ਬਣਿਆ ਸਟਰਕਚਰ ਦਾ 5 ਸਾਲ ਤੋਂ ਪਾਵਰ 'ਚ ਆ, ਕੋਈ ਜਸਟਿਸ ਨਹੀਂ ਮਿਲ ਰਿਹਾ। ਤੇ ਇਸ ਕਰਕੇ ਜਿਹੜਾ ਸਟਰਕਚਰ ਆ ਉਹਦੇ ਵਿੱਚ ਸਪੇਸ ਹੈ ਨਹੀਂ। ਕੁਝ ਵਿਅਕਤੀ ਚਾਹੇ ਜਿੰਨਾ ਮਰਜ਼ੀ ਕਰ ਲਵੇ, ਜਦ ਚੱਲਣਾ ਹੀ ਪਾਲਿਸੀ ਦੇ ਹਿਸਾਬ ਨਾਲ ਆ, ਆਰਗੇਨਾਈਜੇਸ਼ਨ ਦੀ ਨਾ, ਤੇ ਉਹਦੇ ਕੋਲ ਕੁਝ ਨਹੀਂ ਕਰ ਸਕਣਾ। ਉਹਨੇ ਸਿਰਫ ਇੱਕ ਫੇਕ ਉਮੀਦ ਜਗਾਉਣ ਦੀ ਕੋਸ਼ਿਸ਼ ਕਰਨੀ, ਸ਼ਡਿਊਲ ਕਾਸਟਾਂ ਵੀ ਦੇਖੋ ਮੈਨੂੰ ਸੀਐਮ ਬਣਾਤਾ ਤੇ ਤੁਸੀਂ ਕਾਂਗਰਸ ਨੂੰ ਦੁਬਾਰਾ ਪਾਵਰ 'ਚ ਵੋਟ ਪਾ ਦਿਓ, ਇਹ ਉਹਦੀ ਕੋਸ਼ਿਸ਼ ਹੈ। 2022 ਦੇ ਵਿੱਚ ਫਾਇਦਾ ਮਿਲੇਗਾ ਤੁਹਾਨੂੰ ਲੱਗਦਾ ਕਿ ਇਹ ਫੈਸਲੇ ਦਾ ਕਾਂਗਰਸ ਨੂੰ ਕੋਈ? ਦੇਖੋ ਸ਼ਡਿਊਲ ਕਾਸਟਾਂ ਵਿੱਚ ਅਵੇਕਨਿੰਗ ਆ ਗਈ, ਜੇ ਉਹ ਕਾਂਗਰਸ ਨੂੰ ਸੱਤਾ 'ਚ ਹੁੰਦੇ ਹੋਏ ਛੱਡ ਸਕਦੇ ਆ ਤਾਂ ਇੱਕ ਵਿਅਕਤੀ ਦੇ ਸੀਐਮ ਬਣਨ ਨਾਲ ਉਹਨਾਂ ਨੂੰ ਕੀ ਫਰਕ ਪੈਣਾ? ਉਹਨਾਂ ਨੂੰ ਪਤਾ ਵੀ ਉਹ ਸੀਐਮ ਬਣ ਕੇ ਇੱਕ ਵਿਅਕਤੀ ਦੀ ਐਡਜਸਟਮੈਂਟ ਹੋਈ ਆ, ਇੱਕ ਓਵਰਆਲ ਇੱਕ ਸੈਕਸ਼ਨ ਹੈ, ਉਹਦੀ ਇੰਪਾਵਰਮੈਂਟ ਲਈ ਕੁਝ ਨਹੀਂ ਹੋਣਾ। ਇਸ ਕਰਕੇ ਓਵਰਆਲ ਜਿਹੜੀ ਬੀਐਸਪੀ ਔਰ ਗੱਠਜੋੜ ਆ, ਉਹਦੇ ਨਾਲ ਹੀ ਜਿਹੜੇ ਆ ਸ਼ਡਿਊਲ ਕਾਸਟ ਬੈਕਵਰਡ ਕਲਾਸਿਸ ਔਰ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਤੇ ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਕਾਂਗਰਸ 'ਚ ਕੋਈ ਫਰਕ ਆਏਗਾ? ਦੇਖੋ ਇਹ ਆਪਣਾ ਕੰਸਰਨ ਨਹੀਂ ਆ ਕਾਂਗਰਸ, ਅਸੀਂ ਕਾਂਗਰਸ ਦੇ ਵਿੱਚ ਕੌਣ ਵਿਅਕਤੀ ਇਹ ਨਹੀਂ ਹੈਗਾ। ਮੇਨ ਇਹ ਆ ਵੀ ਕਾਂਗਰਸ ਐਜ਼ ਏ ਗਵਰਨਮੈਂਟ ਕੀ ਪੰਜਾਬ ਦੇ ਲੋਕਾਂ ਦੀ ਡਿਵੈਲਪਮੈਂਟ ਲਈ ਕੰਮ ਕਰਦੀ ਆ। ਮਸਲਾ ਤਾਂ ਸਾਡਾ ਇਹ ਆ, ਉਹ ਜਿਹੜਾ ਮਰਜ਼ੀ ਉਹਨਾਂ ਜੋ ਸੀ ਉਹ ਉਹਨਾਂ ਦਾ ਇੰਟਰਨਲ ਮੈਟਰ ਆ। ਕਾਂਗਰਸ ਦਾ ਸੀਐਮ ਕਿਹਨੂੰ ਬਣਾਉਂਦੇ, ਕੌਣ ਆਉਂਦਾ। ਮਸਲਾ ਤਾਂ ਇਹ ਆ ਵੀ ਜਦੋਂ ਕਾਂਗਰਸ ਨੂੰ ਲੋਕਾਂ ਨੇ ਐਜ਼ ਏ ਪਾਰਟੀ ਮੈਂਡੇਟ ਦਿੱਤਾ ਵੀ ਤੁਸੀਂ ਪੰਜਾਬ ਦੇ ਵਿੱਚ ਸਰਕਾਰ ਫਾਰਮ ਕਰੋ, ਲੋਕਾਂ ਨੇ ਸਮਰਥਨ ਦਿੱਤਾ ਕਿ ਉਹਨਾਂ ਦੇ ਮੈਂਡੇਟ ਨਾਲ ਜਸਟਿਸ ਕੀਤਾ। ਔਰ ਸਾਨੂੰ ਇਹ ਲੱਗਦਾ ਬਈ ਐਜ਼ ਏ ਮਤਲਬ ਕਾਂਗਰਸ ਪੰਜਾਬ ਦੇ ਨਾਗਰਿਕ ਹੋਣ ਦੇ ਨਾਤੇ ਔਰ ਇੱਕ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਸਾਨੂੰ ਲੱਗਦਾ ਵੀ ਕਾਂਗਰਸ ਨੇ ਜਿਹੜਾ ਉਸ ਮੈਂਡੇਟ ਨਾਲ ਜਸਟਿਸ ਨਹੀਂ ਕੀਤਾ ਔਰ ਪੰਜਾਬ ਦੇ ਵਿੱਚ ਆਪਸ ਵੀ ਲੜ ਕੇ ਲੋਕਾਂ ਦਾ ਸਮਾਂ ਖਰਾਬ ਕੀਤਾ। ਔਰ 4.5 ਸਾਲ ਪੌਣੇ 5 ਸਾਲ ਕਰੀਬ ਨਿਕਲ ਚੱਲੇ ਆ ਔਰ ਕੋਈ ਕਿਸੇ ਵੀ ਖੇਤਰ 'ਚ ਕੋਈ ਡਿਵੈਲਪਮੈਂਟ ਨਹੀਂ ਹੋਈ।
ਠੀਕ ਹੈ, ਧੰਨਵਾਦ ਬਲਵਿੰਦਰ ਜੀ ਗੱਲਬਾਤ ਕਰਨ ਦੇ ਲਈ। ਸੋ ਇਹ ਬਲਵਿੰਦਰ ਕੁਮਾਰ ਨੇ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਸਵਾਗਤ ਜ਼ਰੂਰ ਹੈ ਦਲਿਤ ਜਿਹੜਾ ਫੇਸ ਸੀਐਮ ਇੱਕ ਬਣਾਇਆ ਗਿਆ, ਪਰ ਇਹ ਫੈਸਲਾ ਲੈਣ ਦੇ ਵਿੱਚ ਕਾਂਗਰਸ ਨੇ ਦੇਰੀ ਕੀਤੀ ਹੈ। ਸਿਰਫ 3 ਮਹੀਨੇ ਦੇ ਲਈ ਬਣਾਇਆ ਗਿਆ, ਇੱਕ ਪੈਚ ਵਰਕ ਕਰਨ ਦੇ ਲਈ, ਇਹ ਸ਼ਬਦ ਵਰਤਿਆ ਬਲਵਿੰਦਰ ਹੋਣਾ ਨੇ ਕਿ ਇੱਕ ਪੈਚ ਵਰਕ ਕਰਨ ਦੇ ਲਈ ਕਾਂਗਰਸ ਪਾਰਟੀ ਦੇ ਵੱਲੋਂ ਚਰਨਜੀਤ ਚੰਨੀ ਹੋਣਾ ਨੂੰ ਜਿਹੜਾ ਉਹ ਸੀਐਮ ਬਣਾਇਆ ਗਿਆ। ਪਰ ਲੋਕ ਸਿਆਣੇ ਹੋ ਚੁੱਕੇ ਨੇ, 2022 ਦੇ ਵਿੱਚ ਇਹ ਫੈਸਲੇ ਦੇ ਉੱਪਰ ਲੋਕ ਜ਼ਿਆਦਾ ਅਮਲ ਨਹੀਂ ਕਰਨਗੇ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੂ, ਟੀਵੀ ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।